ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਤਾਂ ਅੱਜ ਅਸੀਂ ਮਿਤੀ 28/10/2020 ਦੀ ਪਾਠ ਸ਼ੀਟ 51 ਕਰਨ ਜਾ ਰਹੇ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਰੋਜ਼ ਵਾਂਗ ਮੇਰੇ ਨਾਲ ਅਖੀਰ ਤੱਕ ਇਸ ਵੀਡੀਓ ਵਿੱਚ ਬਣੇ ਰਹੋਗੇ। ਤਾਂ ਚਲੋ ਆਪਾਂ ਪੰਜਾਬੀ ਵਿਸ਼ਾ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਪੈਰਾ ਪੜ੍ਹਦੇ ਹਾਂ। ਸੁਖਬੀਰ ਹਰ ਰੋਜ਼ ਸ਼ਾਮ ਨੂੰ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਸੀ। ਉਸ ਦੇ ਮਾਤਾ ਉਸ ਨੂੰ ਹਮੇਸ਼ਾ ਪੱਖਾ ਅਤੇ ਬੱਲਬ ਬੰਦ ਕਰਨ ਲਈ ਆਖਦੇ ਸਨ। ਸੁਖਬੀਰ ਉਹਨਾਂ ਦੀ ਗੱਲ ਅਣਸੁਣੀ ਕਰ ਬਾਹਰ ਵੱਲ ਨੂੰ ਭੱਜਦਾ ਸੀ। ਇੱਕ ਸ਼ਾਮ ਸੁਖਬੀਰ ਜਦੋਂ ਖੇਡ ਕੇ ਬਾਹਰੋਂ ਆਇਆ ਤਾਂ ਮੁੜਕੋ ਮੁੜਕੀ ਹੋਇਆ ਪਿਆ ਸੀ। ਗਰਮੀ ਕਾਰਨ ਉਸਦਾ ਬੁਰਾ ਹਾਲ ਸੀ। ਬਿਜਲੀ ਬੰਦ ਸੀ। ਬੰਦ ਪੱਖੇ ਵੱਲ ਦੇਖ ਕੇ ਉਹ ਸੋਚ ਰਿਹਾ ਸੀ ਕਿ ਮੈਂ ਮਾਤਾ ਜੀ ਦਾ ਕਹਿਣਾ ਨਹੀਂ ਮੰਨਦਾ ਸੀ ਤੇ ਬਿਜਲੀ ਤੋਂ ਬਿਨਾਂ ਜ਼ਿੰਦਗੀ ਬਹੁਤ ਔਖੀ ਹੈ। ਬਿਜਲੀ ਦੀ ਬੱਚਤ ਹੀ ਲੰਮੇ ਕੱਟਾਂ ਤੋਂ ਬਚਾ ਸਕਦੀ ਹੈ। ਹਾਲੇ ਸੁਖਬੀਰ ਦੇ ਮਾਤਾ ਜੀ ਉਸ ਕੋਲ ਆਏ ਹੀ ਸਨ ਕਿ ਬਿਜਲੀ ਆ ਗਈ। ਪੱਖੇ ਦੇ ਚੱਲਣ ਤੇ ਸੁਖਬੀਰ ਖੁਸ਼ ਹੋ ਗਿਆ। ਉਸ ਨੇ ਆਪਣੇ ਮਾਤਾ ਜੀ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਬਿਜਲੀ ਦੀ ਬੱਚਤ ਕਰੇਗਾ ਅਤੇ ਸਭ ਨੂੰ ਬਿਜਲੀ ਦੀ ਮਹੱਤਤਾ ਬਾਰੇ ਦੱਸੇਗਾ। ਤਾਂ ਬੱਚਿਓ, ਸਾਨੂੰ ਵੀ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਕੋਈ ਚੀਜ਼ ਆਪਣੇ ਲਵੇ ਨਹੀਂ ਹੁੰਦੀ ਤਦ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿੰਨੀ ਕੀਮਤੀ ਸੀ। ਇਸ ਕਰਕੇ ਆਪਾਂ ਨੂੰ ਹਮੇਸ਼ਾ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ। ਤਾਂ ਫਰੈਂਡਸ, ਅੱਗੇ ਕੁਐਸਚਨ ਹੈ। ਪ੍ਰਸ਼ਨ 1। ਸੁਖਬੀਰ ਸ਼ਾਮ ਨੂੰ ਕੀ ਕਰਦਾ ਸੀ? ਸੌਂਦਾ, ਖੇਡਦਾ, ਟੀਵੀ ਦੇਖਦਾ, ਬਾਜ਼ਾਰ ਜਾਂਦਾ। ਬੱਚਿਓ, ਜਿਸ ਤਰ੍ਹਾਂ ਸਾਨੂੰ ਇਹਨਾਂ ਨੇ ਦੱਸਿਆ ਸੀ ਕਿ ਸੁਖਬੀਰ ਸ਼ਾਮ ਨੂੰ ਖੇਡਦਾ ਸੀ, ਇਸ ਦਾ ਮਤਲਬ ਕਿ ਐੜਾ ਉੱਤਰ ਸਹੀ ਹੈ। ਮੁੜਕੋ ਮੁੜਕੀ ਤੋਂ ਕੀ ਭਾਵ ਹੈ? ਠੰਡਾ ਠਾਰ, ਗਰਮ, ਪਸੀਨੋ ਪਸੀਨੀ, ਸੋਹਣਾ ਸੋਹਣਾ। ਬੱਚਿਓ, ਮੁੜਕੇ ਦਾ ਮਤਲਬ ਹੁੰਦਾ ਹੈ ਪਸੀਨਾ। ਇਸ ਦਾ ਮਤਲਬ ਮੁੜਕੋ ਮੁੜਕੀ ਦਾ ਅਰਥ ਹੈ ਪਸੀਨੋ ਪਸੀਨੀ ਅਤੇ ਈੜੀ ਉੱਤਰ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 3। ਸਹੀ ਸ਼ਬਦ ਜੋੜੇ ਦੀ ਚੋਣ ਕਰੋ। ਅਣਸੁਣੀ, ਅਨਸੁਣੀ, ਅਣਸੁਣੀ, ਅਣੁਸੁਣੀ। ਤਾਂ ਫਰੈਂਡਸ, ਊੜਾ ਉੱਤਰ ਬਿਲਕੁਲ ਸਹੀ ਹੈ। ਇਹ ਵਾਲੇ ਜੋੜਾ ਬਿਲਕੁਲ ਠੀਕ ਹੈ। ਪ੍ਰਸ਼ਨ ਨੰਬਰ 4। ਸੁਖਬੀਰ ਨੇ ਆਪਣੇ ਮਾਤਾ ਜੀ ਨਾਲ ਕੀ ਵਾਅਦਾ ਕੀਤਾ? ਖੇਡਣ ਦਾ, ਬਿਜਲੀ ਦੀ ਬੱਚਤ ਕਰਨ ਦਾ, ਰੋਟੀ ਖਾਣ ਦਾ, ਫੋਨ ਦੇਖਣ ਦਾ। ਫਰੈਂਡਸ, ਸੁਖਬੀਰ ਨੇ ਆਪਣੇ ਮਾਤਾ ਜੀ ਨੂੰ ਬਿਜਲੀ ਦੀ ਬੱਚਤ ਕਰਨ ਦਾ ਵਾਅਦਾ ਕੀਤਾ ਸੀ। ਤਾਂ ਐੜਾ ਆਪਸ਼ਨ ਬਿਲਕੁਲ ਸਹੀ ਹੈ। 5ਵਾਂ ਪ੍ਰਸ਼ਨ। ਵਾਕ ਪੱਖਾ ਬੰਦ ਸੀ ਦਾ ਵਚਨ ਬਦਲੋ ਕੀ ਹੋਏਗਾ? ਪੱਖੇ ਬੰਦ ਸੀ, ਬੰਦ ਪੱਖੇ ਸਨ, ਪੱਖੇ ਬੰਦ ਸਨ, ਬੰਦੇ ਪੱਖੇ ਸਨ। ਫਰੈਂਡਸ, ਈੜੀ ਆਪਸ਼ਨ ਬਿਲਕੁਲ ਸਹੀ ਹੈ। ਪੱਖੇ ਬੰਦ ਸਨ। ਤਾਂ ਵਿਸ਼ਾ ਪੰਜਾਬੀ ਦੇ ਆਪਾਂ ਪੂਰਾ ਕਰ ਲਿਆ ਹੈ। ਹੁਣ ਆਪਾਂ ਵਿਸ਼ਾ ਗਣਿਤ ਵੱਲ ਵਧਦੇ ਹਾਂ। ਰਮਨ ਦਾ ਰੋਲ ਨੰਬਰ 65 ਹੈ। ਕਿਹੜਾ ਗਿਣਤਾਰਾ ਰਮਨ ਦਾ ਰੋਲ ਨੰਬਰ ਦਰਸਾ ਰਿਹਾ ਹੈ? ਫਰੈਂਡਸ, ਇਹਦੇ 'ਚ ਆਪਾਂ ਨੂੰ ਰੋਲ ਨੰਬਰ ਦਿੱਤਾ ਹੋਇਆ ਹੈ ਅਤੇ ਆਪਾਂ ਗਿਣਤਾਰੇ ਦੀ ਚੋਣ ਕਰਨੀ ਹੈ ਕਿ ਸਹੀ ਗਿਣਤਾਰਾ ਕਿਹੜਾ ਹੈ। ਇਹਨਾਂ ਨੇ ਆਪਾਂ ਨੂੰ 65 ਅੰਕ ਦਿੱਤਾ ਹੈ। ਜਿਸ ਤਰ੍ਹਾਂ ਆਪਾਂ ਨੂੰ ਊੜੇ ਵਿੱਚ ਪਤਾ ਲੱਗ ਤਾਂ ਫਰੈਂਡਸ, ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਕਾਈ ਵਿੱਚ 5 ਮੋਤੀਆਂ ਤੋਂ ਜ਼ਿਆਦਾ ਹਨ ਤੇ ਦਹਾਈ ਵਿੱਚ 6 ਮੋਤੀਆਂ ਤੋਂ ਘੱਟ ਹਨ। ਇਹਦਾ ਮਤਲਬ ਊੜਾ ਆਪਸ਼ਨ ਗਲਤ ਹੈ। ਚਲੋ ਐੜੇ ਵੱਲ ਵਧਦੇ ਹਾਂ। ਐੜੇ ਆਪਸ਼ਨ ਵਿੱਚ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਐੜੇ ਵਿੱਚ 6 ਮੋਤੀ ਹਨ ਅਤੇ ਦਹਾਈ ਵਿੱਚ 6 ਮੋਤੀ ਹਨ ਅਤੇ ਇਕਾਈ ਵਿੱਚ 1 2 3 4 5 ਮੋਤੀ ਹਨ। ਤਾਂ ਫਰੈਂਡਸ, ਇਹ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਐੜਾ ਆਪਸ਼ਨ ਬਿਲਕੁਲ ਸਹੀ ਹੈ। ਤਾਂ ਫਰੈਂਡਸ, ਚਲੋ ਦੂਸਰੇ ਕੁਐਸਚਨ ਵੱਲ ਵਧਦੇ ਹਾਂ। ਕਮਲ, ਹਰਲੀਨ, ਰਵੀ ਅਤੇ ਹਰਜੋਤ ਨੇ ਅੰਕ 6 ਅਤੇ 9 ਦੀ ਵਰਤੋਂ ਕਰਦੇ ਹੋਏ 2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖੀ।
किसने सही संख्या लिखी? देखो फ्रेंड्स, कमल ने लिखिया 6 9, हरलीन ने लिखिया 6 0, रवि ने लिखिया 9 0, हरजोत ने लिखिਆ 6। फ्रेंड्स, ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ 60 ਸਭ ਤੋਂ ਛੋਟਾ ਹੈ ਤੇ 60 ਅਤੇ 6 ਛੋਟੇ ਹਨ, ਯਾਨੀ ਕਿ 60 ਛੋਟਾ ਹੈ, ਪਰੰਤੂ ਜਿਸ ਤਰ੍ਹਾਂ ਆਪਾਂ ਨੂੰ ਦੱਸਿਆ ਹੈ ਕਿ 6 ਅਤੇ 9 ਦੀ ਵਰਤੋਂ ਕਰਕੇ ਸੰਖਿਆ ਬਣਾਉਣੀ ਹੈ। ਇਸਨੇ 6 ਦੀ ਵਰਤੋਂ ਤਾਂ ਕੀਤੀ ਹੈ ਪਰ 9 ਦੀ ਨਹੀਂ ਕੀਤੀ। ਇਸ ਤਰ੍ਹਾਂ ਰਵੀ ਨੇ 9 ਦੀ ਵਰਤੋਂ ਕੀਤੀ ਹੈ ਅਤੇ 6 ਦੀ ਵਰਤੋਂ ਨਹੀਂ ਕੀਤੀ। ਹਰਜੋਤ ਨੇ ਵੀ 6 ਦੀ ਵਰਤੋਂ ਕੀਤੀ ਹੈ ਪਰ 9 ਦੀ ਵਰਤੋਂ ਨਹੀਂ ਕੀਤੀ। ਤਾਂ ਕਮਲ ਨੇ 6 ਅਤੇ 9 ਦੋਹਾਂ ਦੀ ਵਰਤੋਂ ਕੀਤੀ ਹੈ। ਇਹਦਾ ਮਤਲਬ 6 ਅਤੇ 9 ਦੀ ਸਭ ਤੋਂ ਛੋਟੀ ਸੰਖਿਆ ਕਮਲ ਨੇ ਸਹੀ ਬਣਾਈ ਹੈ। ਪ੍ਰਸ਼ਨ ਨੰਬਰ 3, ਤਰਬੂਜ ਦਾ ਭਾਰ ਹੇਠ ਦਿੱਤੀਆਂ ਵਿੱਚੋਂ ਕਿਸ ਵਸਤੂ ਨਾਲ ਤੋਲਿਆ ਜਾ ਸਕਦਾ ਹੈ? ਊੜਾ ਹੱਥ, ਫਰੈਂਡਸ ਇਹ ਇੰਚੀ ਟੇਪ ਹੈ, ਮੱਗ ਯਾਨੀ ਕਿ ਕੱਪ, ਤੇ ਆ ਕੀ ਹੈ? ਤੱਕੜੀ। ਫਰੈਂਡਸ ਦੇਖੋ, ਹੱਥ ਨਾਲ ਆਪਾਂ ਤੋਲ ਤਾਂ ਸਕਦੇ ਹਾਂ ਪਰ ਆਪਾਂ ਨੂੰ ਸਹੀ ਭਾਰ ਦਾ ਪਤਾ ਨਹੀਂ ਲੱਗੇਗਾ, ਆਪਾਂ ਅੰਦਾਜ਼ੇ ਨਾਲ ਕੁਛ ਵੀ ਕਹਿ ਦੇਵਾਂਗੇ। ਐੜੇ ਇੰਚੀ ਟੇਪ ਨਾਲ ਆਪਾਂ ਲੰਬਾਈ ਮਾਪ ਸਕਦੇ ਹਾਂ ਪਰੰਤੂ ਭਾਰ ਨਹੀਂ। ਈੜੀ ਮੱਗ ਨਾਲ ਯਾਨੀ ਕਿ ਕੱਪ ਨਾਲ ਆਪਾਂ ਤਰਲ ਪਦਾਰਥ ਦਾ ਭਾਰ ਮਾਪ ਸਕਦੇ ਹਾਂ ਪਰ ਉਹ ਵੀ ਸਹੀ ਨਹੀਂ ਹੋਵੇਗਾ। ਤਾਂ ਸੱਸਾ ਤੱਕੜੀ ਬਿਲਕੁਲ ਸਹੀ ਹੈ। ਸੱਸਾ ਆਪਸ਼ਨ ਰਾਈਟ ਆਪਸ਼ਨ ਹੈ। ਤਾਂ ਪ੍ਰਸ਼ਨ ਨੰਬਰ 4 ਵਾਰ ਵਧਦੇ ਹੋਏ, ਹੇਠ ਦਿੱਤੇ ਚਿੱਤਰ ਵਿੱਚ ਕਿੰਨੀਆਂ ਵਕਰ ਰੇਖਾਵਾਂ ਹਨ? ਵਕਰ ਰੇਖਾਵਾਂ ਮਤਲਬ ਕਰਵ ਲਾਈਨਸ, ਜਿਹੜੀਆਂ ਮੁੜੀਆਂ ਹੋਈਆਂ ਹੋਣ। ਤਾਂ ਫਰੈਂਡਸ ਇਹਦੇ 'ਚ ਆਪਾਂ ਨੂੰ ਪਤਾ ਲੱਗ ਰਿਹਾ ਹੈ, ਚਲੋ ਆਪਾਂ ਇਕੱਠੇ ਗਿਣਦੇ ਹਾਂ, ਤੁਸੀਂ ਵੀ ਮੇਰੇ ਨਾਲ ਨਾਲ ਗਿਣੋ। ਇੱਕ ਵਕਰ ਰੇਖਾ, ਦੂਸਰੀ ਵਕਰ ਰੇਖਾ, ਤੀਸਰੀ ਵਕਰ ਰੇਖਾ ਅਤੇ ਚੌਥੀ ਵਕਰ ਰੇਖਾ। ਇਸ ਤੋਂ ਬਾਅਦ ਕੋਈ ਵਕਰ ਰੇਖਾ ਨਹੀਂ ਹੈ। ਤਾਂ ਫਰੈਂਡਸ ਚੌਥਾ ਜਿਹੜਾ ਆਪਸ਼ਨ ਹੈ ਯਾਨੀ ਕਿ ਊੜਾ ਆਪਸ਼ਨ ਜਿਹੜਾ ਹੈ ਉਹ ਸਹੀ ਹੈ। 4 ਸਹੀ ਉੱਤਰ ਹੈ। ਅਗਲਾ ਪ੍ਰਸ਼ਨ 5ਵਾਂ, ਸਮਝੋ ਅਤੇ ਖਾਲੀ ਥਾਂ ਭਰੋ। ਪਹਿਲਾਂ ਆਪਾਂ ਦੇਖਦੇ ਹਾਂ ਕਿ ਪ੍ਰਸ਼ਨ ਵਿੱਚ ਦਿੱਤਾ ਕੀ ਗਿਆ ਹੈ। ਇੱਕ ਟਮਾਟਰ ਦੇ ਉੱਤੇ 3, 6, ਖਾਲੀ ਥਾਂ 12 ਅਤੇ 15। ਫਰੈਂਡਸ ਜੇ ਤੁਹਾਨੂੰ ਪਹਾੜੇ ਆਉਂਦੇ ਹੋਣਗੇ ਤਾਂ ਤੁਹਾਨੂੰ ਪਤਾ ਲੱਗ ਰਿਹਾ ਹੋਏ ਕਿ ਇਹ 3 ਦਾ ਪਹਾੜਾ ਹੈ। 3 2 6, 3 ਤੀਆ 9, 3 ਚੌਕੇ 12, 3 ਪੰਜੇ 15। ਤਾਂ ਫਰੈਂਡਸ ਉਰੇ ਕੀ ਉੱਤਰ ਆਏਗਾ? 9। ਇਹਦਾ ਮਤਲਬ ਈੜੀ ਆਪਸ਼ਨ ਸਹੀ ਹੈ ਅਤੇ 9 ਹੀ ਇਸ ਦਾ ਉੱਤਰ ਹੈ। ਫਰੈਂਡਸ ਮੈਥ ਦਾ ਸਬਜੈਕਟ ਕੰਪਲੀਟ ਹੋ ਗਿਆ ਹੈ ਅਤੇ ਨੈਕਸਟ ਹੈ ਆਪਣਾ ਇੰਗਲਿਸ਼। ਇਸ ਵਿੱਚ ਵੀ ਆਪਾਂ ਨੂੰ ਇਹ ਪੈਰਾ ਪੜ੍ਹਨਾ ਪਏਗਾ ਅਤੇ ਬਾਅਦ ਵਿੱਚ ਇਸ ਦੇ ਪ੍ਰਸ਼ਨ ਦੇ ਉੱਤਰ ਦੇਣੇ ਹਨ। ਤਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਤੁਸੀਂ ਵੀ ਮੇਰੇ ਨਾਲ ਨਾਲ ਪੜ੍ਹੋ ਕਿਉਂਕਿ ਇਹਦੇ ਨਾਲ ਤੁਹਾਡੀਆਂ ਰੀਡਿੰਗ ਸਕਿੱਲਸ ਇੰਪਰੂਵ ਹੋਣਗੀਆਂ। ਰੀਨਾ ਸਟੱਡੀਜ਼ ਇਨ ਕਲਾਸ 5। Her father is a shopkeeper and mother is a homemaker. Homemaker ਮਤਲਬ ਹਾਊਸਵਾਈਫ ਜੋ ਘਰ ਦੇ ਕੰਮ ਕਰਦੇ ਹੋਣ। She has a little brother. ਉਸਦਾ ਇੱਕ ਛੋਟਾ ਭਾਈ ਹੈ। Her grandparents live with them too. ਉਹਨਾਂ ਦੇ ਗ੍ਰੈਂਡ ਪੇਰੈਂਟਸ ਯਾਨੀ ਕਿ ਦਾਦਾ ਦਾਦੀ ਜੀ ਵੀ ਉਹਦੇ ਨਾਲ ਹੀ ਰਹਿੰਦੇ ਹਨ। ਰੀਨਾ wakes up at 6 in the morning. ਰੀਨਾ ਸਵੇਰੇ 6 ਵਜੇ ਉੱਠਦੀ ਹੈ। After brushing, bathing and getting ready for school. ਬਰਸ਼ ਕਰਨ ਤੋਂ ਬਾਅਦ, ਨਹਾਉਣ ਤੋਂ ਬਾਅਦ ਅਤੇ ਜਦੋਂ ਉਹ ਸਕੂਲ ਲਈ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ she worships God along with her family. ਉਹ ਭਗਵਾਨ ਦੀ ਪ੍ਰਾਰਥਨਾ ਜਾਂ ਭਗਵਾਨ ਦੀ ਪੂਜਾ ਕਰਦੀ ਹੈ ਆਪਣੇ ਪਰਿਵਾਰ ਨਾਲ ਮਿਲ ਕੇ। Even in her school she behaves very well. ਉਹ ਆਪਣੇ ਸਕੂਲ ਵਿੱਚ ਵੀ ਬਹੁਤ ਚੰਗੇ ਢੰਗ ਨਾਲ ਰਹਿੰਦੀ ਹੈ।
एवरीवन लाइक्स हर, सब उसनों पसंद करते हैं। एज शी नैवर फाइट्स, क्योंकि वह कदे नहीं लड़ती। स्पीक्स पोलाइटली, सब नूं प्यार नाल बोलती है। ओबे टीचर्स, अपने अध्यापकों का कहना मनती है। ਅਤੇ ਰਿਸਪੈਕਟਸ ਹਰ ਐਲਡਰ ਐਂਡ ਰਿਸਪੈਕਟਸ ਹਰ ਐਲਡਰ, ਅਤੇ ਆਪਣੇ ਵੱਡਿਆਂ ਦੀ ਇੱਜ਼ਤ ਕਰਦੀ ਹੈ। ਤਾਂ ਫਰੈਂਡਸ ਇਹ ਪੈਰਾ ਆਪਾਂ ਪੜ੍ਹ ਲਿਆ। ਹੁਣ ਆਪਾਂ ਨੇ ਕੁਐਸਚਨਸ ਵਾਲਾ ਵਧਣਾ ਹੈ। ਕੁਐਸਚਨ ਨੰਬਰ 1, ਐਟ ਵਟ ਟਾਈਮ ਡਜ਼ ਰੀਨਾ ਵੇਕ ਅਪ? ਰੀਨਾ ਕਿੰਨੇ ਵਜੇ ਉੱਠਦੀ ਹੈ? ਐਟ 6 in the morning, at 6 in the evening, in the afternoon, at night। फ्रेंड्स जिस तरह आप देखा कि रीना वेक्स अप एट 6 in the morning, तो ये ऑप्शन जड़ा है वो सही है। क्वेश्चन नंबर 2, वट डज शी डू आफ्टर गेटिंग रेडी फॉर स्कूल? जब वह स्कूल लिए तैयार हो जाती है उस तो बाद वह की करती है? टेक्स हर ब्रेकफास्ट, worships God, leaves for school, fights with others। फ्रेंड्स ਉਹ ਭਗਵਾਨ ਦੀ ਪੂਜਾ ਕਰਦੀ ਹੈ, ਯਾਨੀ ਕਿ worships God। ਚੂਜ਼ ਦਾ ਇਨਕਰੈਕਟ ਸਟੇਟਮੈਂਟ। ਗਲਤ ਸਟੇਟਮੈਂਟ ਹੈ ਜਿਹੜੀ ਆਪਾਂ ਉਹਦੇ 'ਤੇ ਟਿਕ ਕਰਨਾ ਹੈ। ਰੀਨਾ ਨੈਵਰ ਫਾਈਟਸ ਵਿਦ ਅਦਰਸ, ਰੀਨਾ ਰਿਸਪੈਕਟਸ ਹਰ ਐਲਡਰਸ, रीना always helps other, रीना studies in class 5। फ्रेंड्स ਇਹ ਸਾਰੀਆਂ ਆਪਸ਼ਨ ਹੀ ਰੀਨਾ ਲਈ ਸਹੀ ਹਨ। ਆਪਸ਼ਨ ਏ ਵਿੱਚ ਇਹ ਕਹਿ ਰਹੇ ਹਨ ਰੀਨਾ ਨੈਵਰ ਫਾਈਟਸ ਵਿਦ ਅਦਰਸ, ਯਾਨੀ ਕਿ ਰੀਨਾ ਦੂਸਰਿਆਂ ਨਾਲ ਨਹੀਂ ਲੜਦੀ। ਇਹ ਬਿਲਕੁਲ ਸਹੀ ਗੱਲ ਹੈ, ਰੀਨਾ ਕਦੇ ਕਿਸੇ ਨਾਲ ਨਹੀਂ ਲੜਦੀ। ਰੀਨਾ ਰਿਸਪੈਕਟਸ ਹਰ ਐਲਡਰਸ, ਉਹ ਆਪਣੇ ਵੱਡਿਆਂ ਦਾ ਆਦਰ ਕਰਦੀ ਹੈ। ਇਹ ਵੀ ਬਿਲਕੁਲ ਸਹੀ ਹੈ। ਰੀਨਾ ਆਲਵੇਜ਼ ਹੈਲਪਸ ਅਦਰ, ਉਹ ਹਮੇਸ਼ਾ ਦੂਸਰਿਆਂ ਦੀ ਮਦਦ ਕਰਦੀ ਹੈ। ਇਹ ਵੀ ਸਹੀ ਹੈ। ਰੀਨਾ ਸਟੱਡੀਜ਼ ਇਨ ਕਲਾਸ 5। ਫਰੈਂਡਸ ਇਹ ਵੀ ਸਹੀ ਹੈ ਕਿਉਂਕਿ ਉਹ 5ਵੀਂ ਜਮਾਤ ਵਿੱਚ ਪੜ੍ਹਦੀ ਹੈ। ਫਰੈਂਡਸ ਕਦੇ ਕਦੇ ਕੁਐਸਚਨ ਬਣਾਉਣ ਵਿੱਚ ਮਿਸਟੇਕ ਹੋ ਜਾਂਦੀ ਹੈ, ਇਹ ਕੁਐਸਚਨ ਥੋੜ੍ਹਾ ਜਿਹਾ ਗਲਤ ਹੈ। ਠੀਕ ਹੈ, ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਕੁਐਸਚਨ ਨੰਬਰ 4, ਰੀਨਾ ਹੈਜ਼ ਡੈਸ਼ ਲਿਟਲ ਬ੍ਰਦਰ। ਰੀਨਾ ਹੈਜ਼ ਐਨ ਬ੍ਰਦਰ, ਐਨ ਲਿਟਲ ਬ੍ਰਦਰ, a little brother, the little brother, her little brother। फ्रेंड्स ਉਹਦੇ ਲਵੇ ਉਹਦਾ ਇੱਕ ਭਾਈ ਹੈ, ਇੱਕ ਛੋਟਾ ਭਾਈ ਹੈ, ਤਾਂ ਆਪਸ਼ਨ ਬੀ ਹੈ ਜਿਹੜਾ ਉਹ ਸਹੀ ਹੈ। ਰੀਨਾ ਹੈਜ਼ ਅ ਲਿਟਲ ਬ੍ਰਦਰ। ਕੁਐਸਚਨ ਨੰਬਰ 5, ਫਾਈਂਡ ਦ ਇਨਕਰੈਕਟ ਪੇਅਰ। ਗਲਤ ਜੋੜੇ ਦੀ ਪਛਾਣ ਕਰੋ। ਬॉय गर्ल, ब्रदर सिस्टर, फादर मदर, ग्रैंड पेरेंट्स। फ्रेंड्स बॉय गर्ल बिल्कुल सही है। ब्रदर सिस्टर भाई भैन बिल्कुल सही है। फादर मदर पिता माता ये भी सही है। ग्रैंड पेरेंट्स फ्रेंड्स ये सही नहीं है क्योंकि यह सिर्फ एक वर्ड है, ये अलग अलग वर्ड नहीं हैं। जिमें कि उरे आपां नूं जेंडर दिते हैं कि बॉय गर्ल, मुंडा कुड़ी, भाई भैन, माता पिता, तो ग्रैंड पेरेंट्स जिहड़ा है वो गलत है, वो सही नहीं है। तो हुण आपां विषय हिंदी वाल वधदे हाँ। ਇਹਦੇ ਵਿੱਚ भी आपां पैरा पढ़ के क्वेश्चन के उत्तर देने हैं। रहीम अकबर के दरबार के महान कवि थे। महान कवि होते हुए भी वे बहुत उदार थे। वे दूसरों की सहायता करने में कभी पीछे नहीं हटते थे। रहीम महान दानवीर थे। दानवीर मतलब जो दान करता होवे। उन्होंने कभी कीर्ति की कामना से दान नहीं दिया, बल्कि सच्चे मन से दूसरों की सहायता की। दान देते समय उनका एक नियम था कि वे कभी आंख उठाकर नहीं देखते थे कि दान लेकर कौन जा रहा है। फ्रेंड्स यहाँ पर हमें रहीम के बारे में बताया गया है कि वह अकबर के दरबार के महान कवि थे। कवि होते होते वह बहुत अच्छे उदार भी थे, दयालु भी थे। वे दूसरों की सहायता करने में कभी पीछे नहीं हटते थे। दानवीर थे, हमेशा दान करते थे।
बल्कि वह कभी किसी लालच की कामना से दान नहीं देते थे कि बदले में मुझे भी कुछ अच्छा मिलेगा, बल्कि वह सच्चे मन से दूसरों की सहायता यानी कि मदद करते थे। दान देते समय उनका एक नियम भी था कि वह कभी भी यह नहीं देखते थे कि मेरे से दान लेकर कौन जा रहा है। तो आगे हम प्रश्न की तरफ चलते हैं। रहीम किसके दरबार के महान कवि थे? शाहजहां, जहांगीर, अकबर, सिकंदर। फ्रेंड्स, रहीम अकबर के दरबार के महान कवि थे। रहीम महान डैश थे, दरबारी, दानवीर, संगीतकार, योद्धा। फ्रेंड्स, रहीम महान दानवीर थे, हमेशा दान करते थे। रहीम किसकी सहायता करने में कभी पीछे नहीं हटते थे? राजा की, प्रजा की, दूसरों की, अपने माता पिता की। फ्रेंड्स, दूसरों की। ग ऑप्शन सही है। गद्यांश में से यश का समानार्थ शब्द चुनें। यश मतलब कीर्ति। इन्होंने कौन कौन से ऑप्शन दिए हैं? कीर्ति, उदार, दान, महान। फ्रेंड्स, कीर्ति सही उत्तर है। दान देते समय रहीम जी किस नियम का पालन करते थे? दोनों हाथ जोड़कर दान देते थे, आंख उठाकर नहीं देखते थे, प्यार से देखा करते थे, आशीर्वाद दिया करते थे। ख ऑप्शन सही है, आंख उठाकर नहीं देखते थे। ख ऑप्शन बिल्कुल सही है। तो फ्रेंड्स, नेक्स्ट हम चलते हैं विषय वातावरण सिक्ख्या। फ्रेंड्स, वातावरण सिक्ख्या मतलब ਆਪਣੇ ਆਲੇ ਦੁਆਲੇ ਵਾਤਾਵਰਨ ਤੋਂ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਠੀਕ ਹੈ, ਉਸ ਬਾਰੇ ਇਹ ਆਪਾਂ ਪੜ੍ਹਨ ਲੱਗਦੇ ਹਾਂ। ਚਲੋ ਪ੍ਰਸ਼ਨ ਨੰਬਰ 1 ਤੇ ਚੱਲਦੇ ਹਾਂ। ਸਮੇਂ-ਸਮੇਂ ਤੇ ਸਬਜ਼ੀਆਂ ਨੂੰ ਕੀਟਾਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ। ਕੀਟਨਾਸ਼ਕ ਦਵਾਈਆਂ ਦਾ ਸਬਜ਼ੀਆਂ ਉੱਤੇ ਪੈਣ ਵਾਲਾ ਮਾੜਾ ਪ੍ਰਭਾਵ ਕੀ ਹੈ? ਸਵਾਦ ਖਤਮ ਹੋ ਜਾਂਦਾ ਹੈ, ਸਬਜ਼ੀਆਂ ਜ਼ਹਿਰੀਲੀਆਂ ਹੋ ਜਾਂਦੀਆਂ ਹਨ, ਸਬਜ਼ੀਆਂ ਬਹੁਤ ਲੇਟ ਹੁੰਦੀਆਂ ਹਨ, ਸਬਜ਼ੀਆਂ ਗਲ ਸੜ ਜਾਂਦੀਆਂ ਹਨ। ਫਰੈਂਡਸ, ਜਦ ਆਪਾਂ ਕਿਸੇ ਵੀ ਸਬਜ਼ੀ 'ਤੇ ਜਦ ਕੀਟਨਾਸ਼ਕ ਛਿੜਕਦੇ ਹਾਂ ਤਾਂ ਕੀਟਨਾਸ਼ਕ ਜਿਹੜਾ ਕੀਟਾਣੂਆਂ ਲਈ ਜਾਂ ਕੀੜਿਆਂ ਲਈ ਤਾਂ ਜ਼ਹਿਰੀਲਾ ਹੁੰਦਾ ਹੀ ਹੈ, ਬਲਕਿ ਸਬਜ਼ੀਆਂ ਲਈ ਵੀ ਜ਼ਹਿਰੀਲਾ ਹੋ ਜਾਂਦਾ ਹੈ। ਬਲਕਿ ਉਹ ਆਪਣੀ ਸਿਹਤ ਨੂੰ ਵੀ ਨੁਕਸਾਨ ਕਰਦਾ ਹੈ। ਪ੍ਰਸ਼ਨ ਨੰਬਰ 2, ਵਿਟਾਮਿਨ। ਪਹਿਲਾਂ ਆਪਾਂ ਉੱਪਰਲੀ ਲਾਈਨ ਪੜ੍ਹਦੇ ਹਾਂ ਕਿ ਉਹਦੇ ਵਿੱਚ ਕੀ ਲਿਖਿਆ ਹੈ। ਵਿਟਾਮਿਨ ਕਮੀ ਕਾਰਨ ਹੋਣ ਵਾਲੇ ਰੋਗ ਦੇ ਸਰੋਤ। ਫਰੈਂਡਸ, ਇਹਦੇ ਵਿੱਚ ਆਪਾਂ ਨੂੰ ਇਹ ਵਾਲੀ ਲਾਈਨ 'ਚ ਵਿਟਾਮਿਨ ਦਿੱਤੇ ਗਏ ਹਨ ਕਿ ਜੇਕਰ ਇਹ ਵਿਟਾਮਿਨਾਂ ਦੀ ਕਮੀ ਹੋ ਜਾਏ ਤਾਂ ਕਿਹੜੇ ਰੋਗ ਹੋਣਗੇ। ਇਹ ਬਿਮਾਰੀਆਂ ਹਨ। ਉਹ ਤੋਂ ਬਾਅਦ ਸਰੋਤ, ਯਾਨੀ ਕਿ ਜੇ ਆਪਾਂ ਨੂੰ ਰੋਗ ਲੱਗ ਜਾਂਦਾ ਹੈ ਤਾਂ ਕਿਸ ਚੀਜ਼ ਨਾਲ ਆਪਾਂ ਠੀਕ ਕਰ ਸਕਦੇ ਹਾਂ। ਚਲੋ ਅੱਗੇ ਪੜ੍ਹਦੇ ਹਾਂ। ਪਹਿਲਾਂ ਮੈਂ ਆਹ ਪੜ੍ਹ ਦਿੰਦੀ ਹਾਂ। ਡੀ, ਰਿਕਟਸ। ਡੀ, ਜਦ ਆਪਣੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਤਾਂ ਰਿਕਟਸ ਰੋਗ ਹੋਣ ਦੀ ਸੰਭਾਵਨਾ ਹੁੰਦੀ ਹੈ। ਸੂਰਜ ਦੀ ਰੋਸ਼ਨੀ ਨਾਲ ਠੀਕ ਕੀਤੀ ਜਾ ਸਕਦੀ ਹੈ। ਵਿਟਾਮਿਨ ਏ ਦੀ ਕਮੀ ਨਾਲ ਅੰਧਰਾਤਾ ਹੁੰਦਾ ਹੈ, ਜੋ ਕਿ ਗਾਜਰ, ਪਪੀਤਾ ਅਤੇ ਪਾਲਕ ਨਾਲ ਠੀਕ ਹੋ ਜਾਂਦਾ ਹੈ। ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਹੁੰਦੀ ਹੈ, ਜੋ ਕਿ ਖੱਟੇ ਫਲ ਅਤੇ ਆਂਵਲਾ ਖਾਣ ਨਾਲ ਠੀਕ ਹੁੰਦੀ ਹੈ। ਵਿਟਾਮਿਨ ਈ ਦੀ ਕਮੀ ਹੋਣ ਕਾਰਨ ਚਮੜੀ ਦੀ ਬਿਮਾਰੀ ਹੁੰਦੀ ਹੈ, ਜੋ ਕਿ ਪੁੰਗਰੀਆਂ ਦਾਲਾਂ ਨਾਲ ਠੀਕ ਕੀਤੀ ਜਾ ਸਕਦੀ ਹੈ। ਫਰੈਂਡਸ, ਚਲੋ ਨੈਕਸਟ ਆਪਾਂ ਪੜ੍ਹਦੇ ਹਾਂ ਅਗਲਾ ਕੁਐਸਚਨ। ਉਪਰੋਕਤ ਇਹਦੇ ਵਿੱਚੋਂ ਹੀ ਕੁਐਸਚਨ ਹੈ। ਉਪਰੋਕਤ ਸੂਚੀ ਨੂੰ ਗੰਭੀਰਤਾ ਨਾਲ ਵਾਚਦੇ ਹੋਏ ਦੱਸੋ ਕਿ ਜਿਸ ਵਿਅਕਤੀ ਨੂੰ ਸ਼ਾਮ ਨੂੰ ਹਨੇਰਾ ਹੋਣ ਦੇ ਨਾਲ ਹੀ ਅੱਖਾਂ ਦੀ ਨਜ਼ਰ ਖਤਮ ਹੋ ਜਾਵੇ, ਉਸ ਨੂੰ ਵੱਧ ਮਾਤਰਾ ਵਿੱਚ ਕੀ ਖਾਣਾ ਚਾਹੀਦਾ ਹੈ। ਫਰੈਂਡਸ, ਜਦੋਂ ਸ਼ਾਮ ਨੂੰ ਦਿਖਣਾ ਬੰਦ ਹੋ ਜਾਂਦਾ ਹੈ ਤਾਂ ਉਸਨੂੰ ਅੰਧਰਾਤਾ ਕਹਿੰਦੇ ਹਨ। ਇਹਨਾਂ ਨੇ ਆਪਾਂ ਨੂੰ ਆਪਸ਼ਨ ਦਿੱਤੇ ਹਨ: ਖੱਟਾ ਫਲ, ਗਾਜਰ, ਪਪੀਤਾ, ਸੂਰਜ ਦੀ ਰੋਸ਼ਨੀ,
ਪੁੰਗਰੀਆਂ ਦਾਲਾਂ। ਫਰੈਂਡਸ, ਜਿਸ ਤਰ੍ਹਾਂ ਕਿ ਉਹਨੇ ਲਿਖਿਆ ਹੈ ਗਾਜਰ, ਪਪੀਤਾ, ਪਾਲਕ। ਜੇ ਆਪਾਂ ਪਹਿਲੇ ਆਪਸ਼ਨ 'ਚ ਦੇਖੀਏ ਤਾਂ ਇਹਨਾਂ ਨੇ ਗਾਜਰ ਦੇ ਨਾਲ ਨਾਲ ਖੱਟੇ ਫਲ ਵੀ ਲਿਖੇ ਹਨ, ਜੋ ਕਿ ਸਹੀ ਨਹੀਂ ਹੈ। ਖੱਟੇ ਫਲ ਤਾਂ ਸਕਰਵੀ ਲਈ ਜ਼ਰੂਰੀ ਹੁੰਦੇ ਹਨ, ਤਾਂ ਇਹ ਆਪਸ਼ਨ ਗਲਤ ਹੈ। ਪਪੀਤਾ, ਫਰੈਂਡਸ ਪਪੀਤਾ ਆ ਸਕਦਾ ਹੈ, ਪਪੀਤਾ ਹੀ ਸਹੀ ਉੱਤਰ ਹੈ। ਠੀਕ ਹੈ। ਨੈਕਸਟ ਕੁਐਸਚਨ, ਪ੍ਰਸ਼ਨ 3। ਰੰਗ ਬਿਰੰਗੇ ਪੰਛੀ ਅਸਮਾਨ ਵਿੱਚ ਉੱਡਦੇ ਸੋਹਣੇ ਲੱਗਦੇ ਹਨ। ਪੰਛੀਆਂ ਦੇ ਸੋਹਣੇ ਦਿਖਣ ਦਾ ਕੀ ਕਾਰਨ ਹੈ? ਦਰਖਤਾਂ ਦੇ ਰਹਿਣ ਕਾਰਨ ਪੰਛੀ ਸੋਹਣੇ ਦਿਸਦੇ ਹਨ। ਖੰਭਾਂ ਨਾਲ ਪੰਛੀ ਸੋਹਣੇ ਦਿਸਦੇ ਹਨ। ਪੰਜਿਆਂ ਕਾਰਨ ਪੰਛੀ ਸੋਹਣੇ ਦਿਸਦੇ ਹਨ। ਮਿੱਠੀ ਬੋਲੀ ਕਾਰਨ ਪੰਛੀ ਸੋਹਣੇ ਦਿਸਦੇ ਹਨ। ਫਰੈਂਡਸ, ਦਿਸਦੇ ਹਨ ਇਹਦਾ ਮਤਲਬ ਖੰਭਾਂ ਕਰਕੇ ਸੋਹਣੇ ਦਿਸਦੇ ਹਨ। ਉਹਨਾਂ ਦੇ ਰੰਗ ਬਿਰੰਗੇ ਖੰਭ ਸਾਨੂੰ ਆਕਰਸ਼ਿਤ ਕਰਦੇ ਹਨ। ਮੂੰਹ ਵਿੱਚ ਕੀਟਾਣੂ ਨਾ ਪੈਦਾ ਹੋਣ, ਇਸ ਲਈ ਭੋਜਨ ਖਾਣ ਤੋਂ ਬਾਅਦ ਕਸਰਤ ਕਰੋ, ਦੰਦ ਸਾਫ਼ ਕਰੋ, ਟੀਵੀ ਦੇਖੋ, ਗਰਮ ਪਾਣੀ ਨਾਲ ਨਹਾਓ। ਫਰੈਂਡਸ, ਕਸਰਤ ਕਰੋ, ਟੀਵੀ ਦੇਖੋ, ਗਰਮ ਪਾਣੀ ਨਾਲ ਨਹਾਓ ਦਾ ਮੂੰਹ ਵਿੱਚ ਕੀਟਾਣੂ ਨਾਲ ਕੋਈ ਸੰਬੰਧ ਨਹੀਂ ਹੈ, ਬਲਕਿ ਜਦ ਆਪਾਂ ਖਾਣਾ ਖਾਂਦੇ ਹਾਂ ਤਾਂ ਖਾਣਾ ਖਾਣ ਤੋਂ ਬਾਅਦ ਸਾਨੂੰ ਆਪਣੇ ਦੰਦ ਸਾਫ਼ ਕਰਨੇ ਚਾਹੀਦੇ ਹਨ, ਤਾਂ ਕਿ ਜਿਹੜਾ ਖਾਣਾ ਹੈ ਉਹ ਆਪਣੇ ਦੰਦਾਂ ਵਿੱਚ ਫਸ ਕੇ ਕੋਈ ਕੀਟਾਣੂ ਪੈਦਾ ਨਾ ਕਰੇ। ਅਖੀਰਲਾ ਕੁਐਸਚਨ, ਪ੍ਰਸ਼ਨ 7। ਬਰੇਲ ਲਿਪੀ ਵਿੱਚ ਕਾਗਜ਼ਾਂ ਵਿੱਚ ਸੂਈ ਖੁਬੋ ਕੇ ਹਰ ਅੱਖਰ ਲਈ ਕੀ ਬਣਾਇਆ ਜਾਂਦਾ ਹੈ? ਤਸਵੀਰਾਂ, ਬਿੰਦੀਆਂ, ਆਕ੍ਰਿਤੀਆਂ, ਸਲੇਟਾਂ। ਫਰੈਂਡਸ, ਬਰੇਲ ਲਿਪੀ ਵਿੱਚ ਜਦ ਆਪਾਂ ਸੂਈ ਖਵਾਉਂਦੇ ਹਾਂ ਕਾਗਜ਼ ਉੱਤੇ ਤਾਂ ਬਿੰਦੀਆਂ ਬਣ ਜਾਂਦੀਆਂ ਹਨ। ਠੀਕ ਹੈ, ਤਾਂ ਜਿਹੜਾ ਸੈਕਿੰਡ ਆਪਸ਼ਨ ਹੈ ਉਹ ਸਹੀ ਹੈ। ਤਾਂ ਫਰੈਂਡਸ, ਇਹ ਸੀ ਆਪਣੇ ਅੱਜ ਦੀ ਪਾਸ ਸ਼ੀਟ। ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸਮਝ ਲਈ ਹੋਏਗੀ, ਅਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਵਾਰ ਖੁਦ ਵੀ ਹੱਲ ਕਰਨ ਦੀ ਕੋਸ਼ਿਸ਼ ਕਰਨਾ। ਤਾਂ ਫਰੈਂਡਸ, ਓਕੇ ਬਾਏ।